ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਇਸ ਭਾਗ ਦੇ ਵਿੱਚ ਆਪਾਂ ਦੇਖਦੇ ਹਾਂ ਕਿ ਜਦੋਂ ਭਾਈ ਵਜ਼ੀਰ ਸਿੰਘ ਨੇ ਬੇਨਤੀ ਕੀਤੀ ਸੰਤ ਜੀ ਅੱਗੇ, ਮਹਾਰਾਜ ਗੁਰਦੁਆਰੇ ਵਿੱਚ ਅਖੰਡ ਪਾਠ ਰਖਵਾਉਣਾ ਹੈ, ਦਰਸ਼ਨ ਦੇਵੋ। ਸੰਤ ਜੀ ਮਹਾਰਾਜ ਨੇ ਇਸ ਨੂੰ ਉੱਤਰ ਤਾਂ ਕੋਈ ਨਾ ਦਿੱਤਾ, ਪਰ ਇਸ ਦੀ ਗੱਲ ਸੁਣਦੇ ਹੀ ਉੱਠ ਖਲੋਤੇ ਅਤੇ ਇਸ ਦੇ ਮਗਰ ਮਗਰ ਗੁਰਦੁਆਰਾ ਸਾਹਿਬ ਵਿੱਚ ਆ ਗਏ। ਭਾਈ ਵਜ਼ੀਰ ਸਿੰਘ ਜੀ ਨੇ ਘਰ ਜਾ ਕੇ ਆਪਣੀ ਸੁਪਤਨੀ ਨੂੰ ਇਹ ਖਬਰ ਸੁਣਾਈ। ਮਾਈ ਭਾਗਭਰੀ ਨੇ ਆਪਣੀ ਬੇਨਤੀ ਪੂਰੀ ਹੋਣ ਪਰ ਕਰਤਾਰ ਦਾ ਸ਼ੁਕਰ ਕੀਤਾ। ਕੜਾਹ ਪ੍ਰਸ਼ਾਦ ਤਿਆਰ ਕੀਤਾ ਹੋਇਆ ਸੀ, ਗੁਰਦੁਆਰੇ ਸਾਹਿਬ ਲਿਆ ਹਾਜ਼ਰ ਕੀਤਾ। ਅਖੰਡ ਪਾਠ ਦੀ ਸਾਰੀ ਸਮੱਗਰੀ ਆ ਗਈ। ਇੱਕ ਇਕਾਂਤ ਥਾਂ ਕੁੰਭ ਟਿਕਾਇਆ ਗਿਆ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਇੱਕ ਪਾਸੇ ਪੰਜ ਗ੍ਰੰਥੀ ਦੀ ਪੋਥੀ ਪ੍ਰਕਾਸ਼ ਕੀਤੀ ਗਈ। ਗ੍ਰੰਥੀ ਸਿੰਘ ਜੀ ਨੇ ਸ਼ੰਖ ਪੂਰਿਆ। ਇਹ ਖਬਰ ਕਿ ਨਵੇਂ ਸੋਹਣੇ ਜਵਾਨ ਮਹਾਂਪੁਰਖ ਜੋ ਹਰ ਵਕਤ ਸਿਮਰਨ ਵਿੱਚ ਮਸਤ ਰਹਿੰਦੇ ਹਨ ਅਤੇ ਕਿਸੇ ਨਾਲ ਵੀ ਗੱਲਬਾਤ ਨਹੀਂ ਕਰਦੇ, ਪਾਠ ਆਰੰਭ ਕਰਨਗੇ। ਸਾਰੇ ਪਿੰਡ ਵਿੱਚ ਬਿਜਲੀ ਵਾਂਗੂ ਫੈਲ ਚੁੱਕੀ ਸੀ। ਗ੍ਰੰਥੀ ਸਿੰਘ ਦੀ ਸ਼ੰਖ ਪੂਰਨ ਦੀ ਹੀ ਦੇਰੀ ਸੀ ਕਿ ਸਾਰੇ ਪ੍ਰੇਮੀ ਮਾਈ ਭਾਈ ਗੁਰਦੁਆਰੇ ਵਿੱਚ ਹਾਜ਼ਰ ਹੋ ਗਏ ਅਤੇ ਅੰਦਰ ਤਿਲ ਧਰਨ ਦੀ ਥਾਂ ਵੀ ਨਾ ਰਹੀ। ਸੰਤ ਜੀ ਮਹਾਰਾਜ ਪੰਜ ਇਸ਼ਨਾਨਾਂ ਸੋਧ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਤਾਬਿਆਂ ਸੱਜ ਗਏ ਅਤੇ ਪੰਜ ਗ੍ਰੰਥੀ ਦੇ ਪਾਠ ਵਾਲਾ ਸਿੰਘ ਵੀ ਆਪਣੇ ਪਹਿਰੇ ਤੇ ਹਾਜ਼ਰ ਹੋ ਗਿਆ। ਸੰਗਤ ਦੇ ਇਕੱਤਰ ਹੋਣ ਤੇ ਗ੍ਰੰਥੀ ਸਿੰਘ ਨੇ ਅਰਦਾਸਾ ਸੋਧਿਆ ਅਤੇ ਠੀਕ 10 ਵਜੇ ਅਖੰਡ ਪਾਠ ਆਰੰਭ ਹੋਇਆ। ਸੰਤ ਜੀ ਮਹਾਰਾਜ ਨੇ ਬੜੀ ਉੱਚੀ ਅਤੇ ਰਸੀਲੀ ਸੁਰ ਵਿੱਚ ਏਕ ਓਂਕਾਰ ਸਤਿਨਾਮ ਕਰਤਾ ਪੁਰਖ ਦੀ ਧੁਨ ਉਠਾਈ। ਸਾਰੇ ਮਾਈ ਭਾਈ ਸੁਣ ਕੇ ਮੋਹਿਤ ਹੋ ਗਏ। ਜਪਜੀ ਸਾਹਿਬ ਦੇ ਪਾਠ ਮਗਰੋਂ ਕੜਾਹ ਪ੍ਰਸ਼ਾਦ ਵਰਤਿਆ ਅਤੇ ਕੁਝ ਪ੍ਰੇਮੀਆਂ ਤੋਂ ਛੁੱਟ ਸਾਰੇ ਮਾਈ ਭਾਈ ਆਪਣੇ ਘਰੋਂ ਘਰੀ ਟੁਰ ਪਏ। ਪਰ ਇਸ ਰਸੀਲੀ ਆਵਾਜ਼ ਦੀ ਗੂੰਜ ਨਾਲ ਹੀ ਗਈ ਅਤੇ ਅੱਧ ਮੀਲ ਤੋਂ ਸੁਣੀਂਦੀ ਰਹੀ। ਹੁਣ 11 ਵਜੇ ਦਾ ਵੇਲਾ ਹੋ ਗਿਆ ਸੀ। ਇੱਕ ਪ੍ਰੇਮੀ ਪਾਠੀ ਬਦਲਣ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆਂ ਵਿੱਚ ਆਇਆ, ਪਰ ਸੰਤ ਜੀ ਨੇ ਹੱਥ ਨਾਲ ਇਸ਼ਾਰਾ ਕੀਤਾ ਕਿ ਅਜੇ ਅਸੀਂ ਹੋਰ ਪਾਠ ਕਰਾਂਗੇ। ਇਸ ਤਰ੍ਹਾਂ ਫਿਰ 2 ਵਾਰੀ ਬਦਲਣ ਦਾ ਯਤਨ ਕੀਤਾ, ਪਰ ਸੰਤ ਜੀ ਮਹਾਰਾਜ ਪਹਿਲਾਂ ਵਾਂਗੂ ਹੀ ਇਸ਼ਾਰਾ ਕਰੀ ਗਏ। ਬੜੀ ਮੁਸ਼ਕਲ ਨਾਲ ਸੰਤ ਭਾਈ ਰਾਮ ਸਿੰਘ ਜੀ ਦੇ ਜ਼ੋਰ ਦੇਵਨ ਪਰ 4 ਕੁ ਵਜੇ ਘੜੀ ਕੁ ਉੱਠੇ, ਜਲ ਪਾਣੀ ਛਕਿਆ ਅਤੇ ਫਿਰ ਪਾਠ ਵਿੱਚ ਜੁਟ ਪਏ। ਹੁਣ ਰਾਤ ਦੇ 8 ਵੱਜ ਗਏ ਅਤੇ ਸਾਧ ਸੰਗਤ ਨੇ ਵੀ ਇਹ ਪ੍ਰਤੀਤ ਕਰ ਲਿਆ ਕਿ ਮਹਾਂਪੁਰਖ ਸਾਰੀ ਰਾਤ ਆਪ ਹੀ ਕਰਨਗੇ। ਹੁਣ ਬਦਲੀ ਵਾਸਤੇ ਕੋਈ ਨਾ ਆਵੇ। ਸਭ ਨੇ ਸਮਝ ਲਿਆ ਕਿ ਜਦ ਲੋੜ ਪਵੇਗੀ ਤਾਂ ਆਪ ਹੀ ਛੈਣੇ ਵਜਾ ਦੇਵਣਗੇ, ਫਿਰ ਸਹਾਰਾ ਦੇ ਦਿਆਂਗੇ। ਬਸ ਹੁਣ ਕੀ ਸੀ। ਪ੍ਰਸ਼ਾਦ ਛਕਣ ਦੇ ਮਗਰੋਂ ਪਿੰਡ ਦੇ ਸਾਰੇ ਮਾਈ ਭਾਈ ਗੁਰਦੁਆਰੇ ਵਿੱਚ ਖਿੱਚੇ ਹੋਏ ਚਲੇ ਆਏ। ਰਾਤ ਦੇ 12 ਵੱਜ ਗਏ। ਫਿਰ 2, 3, 4 ਦਾ ਵਕਤ ਹੋ ਗਿਆ, ਪਰ ਸੰਤ ਜੀ ਉਸੇ ਉੱਚੀ ਅਤੇ ਸੁਰੀਲੀ ਸੁਰ ਵਿੱਚ ਪਾਠ ਕਰੀ ਗਏ। ਗੁਰਬਾਣੀ ਦਾ ਪਾਠ ਅਤੇ ਐਸੀ ਮਨਮੋਹਣੀ ਆਵਾਜ਼ ਕਿ ਕਿਸੇ ਦਾ ਵੀ ਜੀ ਹਿੱਲਣ ਤੇ ਨਹੀਂ ਕਰ ਰਿਹਾ ਸੀ। ਪਰ 4 ਵਜੇ ਹਾਲੀ ਕਿਸਾਨ ਲੋਕ ਮਜਬੂਰੀ ਦੇ ਕਾਰਨ ਚਲੇ ਗਏ। ਖੇਤਾਂ ਵਿੱਚ ਹਲ ਤਾਂ ਜਾਂ ਜੁੱਤੇ, ਪਰ ਚਿੱਤ ਗੁਰਦੁਆਰੇ ਵੱਲ ਖਿੱਚਿਆ ਰਿਹਾ। ਇਹਨਾਂ ਗੁਰਮੁਖਾਂ ਦੇ ਭਾਗਾਂ ਨੂੰ ਸੰਤ ਜੀ ਮਹਾਰਾਜ ਦਾ ਪਾਠ ਉਸ ਇਕਾਂਤ ਸਮੇਂ ਸਪਸ਼ਟ ਇੱਕ ਮੀਲ ਤਿੱਕਰ ਸੁਣੀਂਦਾ ਸੀ। ਹੁਣ ਸਵੇਰ ਹੋਈ। 6 ਵਜੇ ਦਾ ਵਕਤ ਹੋਇਆ। ਇਸ ਸਮੇਂ ਸੰਤ ਜੀ ਮਹਾਰਾਜ ਨੇ ਛੈਣੇ ਵਜਾਏ। ਇੱਕ ਪ੍ਰੇਮੀ ਨੇ ਪਾਠ ਲੈ ਲਿਆ। ਸੰਤ ਜੀ ਗੁਰਦੁਆਰੇ ਤੋਂ ਬਾਹਰ ਗਏ ਅਤੇ ਥੋੜ੍ਹੇ ਚਿਰ ਮਗਰੋਂ ਸ਼ੌਚ ਇਸ਼ਨਾਨ ਕਰਕੇ ਫਿਰ ਪਾਠ ਤੇ ਆ ਬੈਠੇ। ਹੁਣ ਸੰਤ ਜੀ ਮਹਾਰਾਜ ਦਾ ਇੱਕ ਰਸ ਚੌਂਕੜੇ ਤੇ ਹੀ ਸਾਰਾ ਦਿਨ ਅਤੇ ਸਾਰੀ ਰਾਤ ਪਾਠ ਕਰਨ ਦਾ ਸੰਕਲਪ ਸੀ। ਪਰ ਸੰਤ ਭਾਈ ਰਾਮ ਸਿੰਘ ਜੀ ਨੇ ਫਿਰ ਜ਼ੋਰ ਦੇ ਕੇ 4 ਵਜੇ ਜਲ ਪਾਣੀ ਛਕਣ ਵਾਸਤੇ ਉਠਾ ਲਿਆ। ਘੜੀ ਕੁ ਵਿੱਚ ਹੀ ਜਲ ਪਾਣੀ ਛਕ ਕੇ ਬਾਹਰੋਂ ਹੋ ਕੇ ਅਤੇ 5 ਇਸ਼ਨਾਨਾਂ ਕਰਕੇ ਸੰਤ ਜੀ ਫਿਰ ਪਾਠ ਤੇ ਬੈਠ ਗਏ ਅਤੇ ਤੀਸਰੇ ਦਿਨ ਸਵੇਰੇ 6 ਵਜੇ ਪਾਠ ਦਾ ਭੋਗ ਸਮਾਪਤ ਕਰ ਦਿੱਤਾ। ਪ੍ਰੇਮਮਈ ਉੱਚੀ ਆਵਾਜ਼ ਆਦਿ ਤੋਂ ਲੈ ਕੇ ਅੰਤ ਤੀਕਰ ਉਸੇ ਸੁਰ ਵਿੱਚ ਰਹੀ, ਜਰਾ ਵੀ ਢਿੱਲੀ ਨਹੀਂ ਹੋਈ। ਸੰਤ ਜੀ ਮਹਾਰਾਜ ਦਾ ਪਾਠ ਇੰਨਾ ਤੇਜ਼ ਸੀ ਕਿ ਭੋਗ 4 ਵਜੇ ਹੀ ਤਿਆਰ ਹੋ ਜਾਂਦਾ, ਪਰ ਪਾਠ ਦਾ ਪਿਛਲਾ ਹਿੱਸਾ ਸੰਤ ਜੀ ਮਹਾਰਾਜ ਨੇ ਮਾਈ ਭਾਗਭਰੀ ਦੀ ਬੇਨਤੀ ਕਰਨ ਪਰ ਕਿ ਮਹਾਰਾਜ ਭੋਗ ਦਿਨ ਚੜ੍ਹੇ ਪਾਉਣਾ ਹੈ, ਲਮਕਾ ਦਿੱਤਾ।
ਅਖੰਡ ਪਾਠ ਦੇ ਭੋਗ ਮਗਰੋਂ ਸੰਤ ਭਾਈ ਰਾਮ ਸਿੰਘ ਜੀ ਥਮਾਲੀ ਚਲੇ ਗਏ ਅਤੇ ਸੰਤ ਜੀ ਮਹਾਰਾਜ 1-2 ਦਿਨ ਗੁਰਦੁਆਰੇ ਵਿੱਚ ਹੀ ਰਹੇ। ਮਾਈ ਭਾਈ ਦਰਸ਼ਨ ਕਰਨ ਲਈ ਜ਼ਿਆਦਾ ਆਉਣ ਲੱਗ ਪਏ। ਇਸ ਲਈ ਇੱਕ ਦਿਨ ਅੰਮ੍ਰਿਤ ਵੇਲੇ ਦੇ 2 ਵਜੇ ਇਸ਼ਨਾਨ ਕਰਕੇ ਅਸ਼ੋਪ ਹੀ ਭੁਲਾਈਆਂ ਦੀ ਝੰਗੀ ਵਿੱਚ ਜਾ ਬੈਠੇ। ਇਸ ਝੰਗੀ ਵਿੱਚ ਇੱਕ ਬੜਾ ਭਾਰੀ ਸੱਪ ਰਹਿੰਦਾ ਸੀ। ਇਸ ਸੱਪ ਦੇ ਡਰ ਦੇ ਮਾਰੇ ਕੋਈ ਸਰੀਰ ਭੁਲਾਈਆਂ ਵਿੱਚ ਨਹੀਂ ਸੀ ਜਾਂਦਾ। ਇੱਕ ਵਾਰੀ ਇਸ ਸੱਪ ਨੇ ਕੱਲਰ ਅਤੇ ਚੋਹਾਂ ਖਾਲਸਾ ਵਾਲੀ ਸੜਕ ਵੀ ਬੰਦ ਕਰ ਦਿੱਤੀ ਸੀ। ਕਈ ਵਾਰੀ ਰਾਹ ਜਾਣ ਵਾਲਿਆਂ ਦੇ ਮਗਰ ਦੌੜਿਆ। ਇਸ ਲਈ ਰਾਹੀ ਸੜਕ ਛੱਡ ਕੇ ਦੂਰੋਂ ਵਲਾਂ ਪਾਉਂਦੇ ਹੋਏ ਥਮਾਲੀ ਵਾਲੇ ਖੇਤਾਂ ਵਿੱਚੋਂ ਹੀ ਹੋ ਕੇ ਲੰਘਣ ਲੱਗ ਪਏ। ਇਸ ਸਰਪ ਦੇ ਸਰੀਰ ਵਿੱਚੋਂ ਇੱਕ ਖਾਸ ਕਿਸਮ ਦੀ ਵਾਸ਼ਨਾ ਆਉਂਦੀ ਸੀ। ਸੱਪ ਦੇ ਡਰ ਦੇ ਮਾਰੇ ਝੰਗੀ ਵੱਲ ਤਾਂ ਕੋਈ ਜਾਂਦਾ ਹੀ ਨਹੀਂ ਸੀ। ਕਿਸੇ ਨੂੰ ਕੀ ਖਿਆਲ ਸੀ ਕਿ ਸੰਤ ਜੀ ਇਸ ਵਿੱਚ ਗੁਪਤ ਹੋ ਗਏ ਹਨ। 5 ਦਿਨ ਮਾਈ ਭਾਗਪਰੀ ਅਤੇ ਭਾਈ ਵਜ਼ੀਰ ਸਿੰਘ ਨੂੰ ਕੋਈ ਪਤਾ ਨਾ ਲੱਗਾ। ਵਿਚਾਰੇ ਵਿਆਕੁਲ ਹੋਏ ਪ੍ਰਸ਼ਾਦ ਲੈ ਕੇ ਕਈ ਥਾਂ ਢੂੰਡ ਭਾਲ ਕਰਨ, ਪਰ ਨਿਰਾਸ਼ ਹੋ ਕੇ ਮੁੜ ਆਉਣ। ਇੱਕ ਦਿਨ ਭਾਈ ਵਜ਼ੀਰ ਸਿੰਘ ਕਿਸੇ ਮੋੜੇ ਗਿਆ ਅਤੇ ਮੁੜਦੀ ਵਾਰੀ ਭੁਲਾਈਆਂ ਦੀ ਝੰਗੀ ਦੇ ਕਿਨਾਰੇ ਆਪਣੇ ਖੇਤ ਵਿੱਚ ਫੇਰਾ ਮਾਰਨ ਲਈ ਆਇਆ। ਖੇਤ ਵਿੱਚ ਟੁਰਦਿਆਂ ਟੁਰਦਿਆਂ ਇਸ ਦੀ ਨਿਗਾਹ ਭੁਲਾਈਆਂ ਦੀ ਝੰਗੀ ਵੱਲ ਪੈ ਗਈ। ਕੀ ਵੇਖਦਾ ਹੈ ਕਿ ਭੂਰੀ ਦੀ ਦਸਤਾਰ ਵਾਲਾ ਇੱਕ ਸਾਧੂ ਚੌਂਕੜੀ ਮਾਰੀ ਸਮਾਧੀ ਅਸਥਿਤ ਇੱਕ ਭੁਲਾਹੀ ਦੇ ਪਾਸ ਬੈਠਾ ਹੈ। ਮਨ ਵਿੱਚ ਤਾਰ ਖੜਕ ਗਈ ਕਿ ਇਹ ਤਾਂ ਸੰਤ ਜੀ ਮਹਾਰਾਜ ਹਨ। ਭਾਈ ਵਜ਼ੀਰ ਸਿੰਘ ਦੌੜਿਆ ਦੌੜਿਆ ਸੰਤ ਜੀ ਮਹਾਰਾਜ ਵੱਲ ਗਿਆ ਅਤੇ ਜਾਂਦਾ ਹੀ ਚਰਨਾਂ ਪਰ ਢਹਿ ਗਿਆ ਅਤੇ ਬੜੇ ਬੈਰਾਗ ਵਿੱਚ ਆਖਿਆ, ਮਹਾਰਾਜ ਜੀ, ਸਾਨੂੰ ਵੱਡਾ ਦੋਸ਼ ਲੱਗਾ। ਅਸੀਂ ਖਾਂਦੇ ਪੀਂਦੇ ਰਹੇ ਅਤੇ ਆਪ 5 ਦਿਨਾਂ ਤੋਂ ਭੁੱਖੇ ਹੀ ਰਹੇ। ਸੰਤ ਜੀ ਮਹਾਰਾਜ ਨੇ ਪ੍ਰੇਮੀ ਨੂੰ ਬੜੇ ਪ੍ਰੇਮ ਨਾਲ ਚਰਨਾਂ ਤੋਂ ਉਠਾਇਆ ਅਤੇ ਆਖਿਆ, ਤੁਹਾਡਾ ਕੋਈ ਦੋਸ਼ ਨਹੀਂ ਹੈ। ਤੁਹਾਨੂੰ ਤਾਂ ਸਾਡਾ ਪਤਾ ਹੀ ਨਹੀਂ ਸੀ। ਹੁਣ ਭਾਈ ਵਜ਼ੀਰ ਸਿੰਘ ਦੇ ਦਿਲ ਵਿੱਚ ਖਿਆਲ ਆਇਆ ਕਿ ਮਹਾਰਾਜ ਜੀ ਤਾਂ 5 ਦਿਨਾਂ ਦੇ ਭੁੱਖੇ ਹਨ ਤੇ ਮੈਂ ਅਜੇ ਇੱਥੇ ਹੀ ਬੈਠਾ ਹਾਂ। ਖਿਆਲ ਆਉਂਦੇ ਹੀ ਦੌੜ ਪਿਆ ਅਤੇ ਘਰ ਆ ਪਹੁੰਚਿਆ। ਆਪਣੀ ਸੁਪਤਨੀ ਭਾਗਭਰੀ ਨੂੰ ਆਖਿਆ, ਭਾਗਾਂ ਵਾਲੀਏ, ਹੁਣ ਦੇਗਚਾ ਧਰਨ ਦਾ ਵਕਤ ਨਹੀਂ। ਸੰਤ ਜੀ ਮਹਾਰਾਜ 5 ਦਿਨ ਦੇ ਭੁੱਖੇ ਭੁਲਾਈਆਂ ਵਿੱਚ ਕਰਤਾਰ ਦੇ ਰੰਗ ਵਿੱਚ ਮਸਤ ਹਨ। ਛੇਤੀ ਫੁਲਕਾ ਪਕਾ ਕੇ ਚੂਰੀ ਕੁੱਟ ਦੇ। ਪਤਵੰਤੀ ਨੇ ਬੜੀ ਛੇਤੀ ਚੂਰੀ ਤਿਆਰ ਕਰ ਦਿੱਤੀ ਅਤੇ ਭਾਈ ਵਜ਼ੀਰ ਸਿੰਘ ਜੀ ਭੁਲਾਈਆਂ ਵਿੱਚ ਲੈ ਗਏ। ਜਾਂਦਿਆਂ ਹੀ ਬੇਨਤੀ ਕੀਤੀ ਕਿ ਮਹਾਰਾਜ ਜੀ ਛਕੋ। ਸੰਤ ਜੀ ਨੇ ਪ੍ਰੇਮੀ ਦਾ ਪ੍ਰੇਮ ਦੇਖ ਕੇ ਪ੍ਰੇਮ ਨਾਲ ਚੂਰੀ ਛਕੀ ਅਤੇ ਕੁਝ ਜਲ ਪਾਨ ਕੀਤਾ। ਪ੍ਰਸ਼ਾਦ ਛਕਦਿਆਂ ਹੀ ਸੰਤ ਜੀ ਮਹਾਰਾਜ ਉੱਤੇ ਧੁੱਪ ਆ ਗਈ। ਇਹ ਦੇਖ ਕੇ ਭਾਈ ਵਜ਼ੀਰ ਸਿੰਘ ਦੇ ਹਿਰਦੇ ਵਿੱਚ ਛੱਪਰ ਪਾਉਣ ਦਾ ਫੁਰਨਾ ਹੋਇਆ। ਉਸੇ ਦਿਨ ਸੰਤ ਭਾਈ ਰਾਮ ਸਿੰਘ ਜੀ ਖਾਸ ਥਮਾਲੀ ਜਾ ਕੇ ਬੇਨਤੀ ਕੀਤੀ। ਸੰਤ ਭਾਈ ਰਾਮ ਸਿੰਘ ਜੀ ਪ੍ਰੇਮੀ ਦੇ ਨਾਲ ਆਏ ਅਤੇ ਸੰਤ ਜੀ ਮਹਾਰਾਜ ਨਾਲ ਸਲਾਹ ਕਰਕੇ ਭਾਈ ਵਜ਼ੀਰ ਸਿੰਘ ਜੀ ਨੂੰ ਛੱਪਰ ਪਾਉਣ ਦੀ ਆਗਿਆ ਲੈ ਦਿੱਤੀ। ਆਗਿਆ ਮਿਲਣ ਦੀ ਹੀ ਦੇਰ ਸੀ। ਭਾਈ ਵਜ਼ੀਰ ਸਿੰਘ ਜੀ ਨੇ ਛੱਪਰ ਪਾ ਦਿੱਤਾ ਅਤੇ ਸੰਤ ਜੀ ਮਹਾਰਾਜ ਦਾ ਭੁਲਾਈਆਂ ਦੀ ਝੰਗੀ ਵਿੱਚ ਪੱਕਾ ਆਸਣ ਲੱਗ ਪਿਆ। ਇੱਕ ਦਿਨ ਸਰਦਾਰ ਬੂਟਾ ਸਿੰਘ, ਜੋ ਭਾਈ ਵਜ਼ੀਰ ਸਿੰਘ ਜੀ ਦੇ ਛੋਟੇ ਭਾਈ ਸਨ, ਝੰਗੀ ਵੱਲ ਸੰਤ ਜੀ ਮਹਾਰਾਜ ਦੇ ਦਰਸ਼ਨ ਲਈ ਆਏ। ਅਜੇ ਛੱਪਰ ਤੋਂ ਕੁਝ ਦੂਰ ਹੀ ਸਨ ਕਿ ਉਹਨਾਂ ਨੇ ਇੱਕ ਬੜਾ ਭਾਰੀ ਸਰਪ ਦੇਖਿਆ। ਦੇਖਦਿਆਂ ਹੀ ਦਿਲ ਦਹਿਲ ਗਿਆ। ਦੌੜ ਕੇ ਪਿੰਡ ਦੇ ਗੁਰਦੁਆਰੇ ਵਿੱਚ ਆ ਕੇ ਸ਼ੋਰ ਪਾਇਆ, ਭੁਲਾਈਆਂ ਵਿੱਚ ਸਾਧੂ ਨੂੰ ਸੱਪ ਖਾ ਗਿਆ। ਭੁਲਾਈਆਂ ਵਿੱਚ ਸਾਧੂ ਨੂੰ ਸੱਪ ਖਾ ਗਿਆ। ਬਹੁਤ ਲੋਕ ਇਕੱਠੇ ਹੋ ਗਏ ਅਤੇ ਝੰਗੀ ਦੇ ਬਾਹਰ ਆ ਖਲੋਤੇ, ਪਰ ਡਰਦਾ ਮਾਰਿਆ ਅੰਦਰ ਕੋਈ ਨਾ ਜਾਵੇ। ਸੰਤ ਜੀ ਮਹਾਰਾਜ ਨੇ ਦੂਰੋਂ ਹੀ ਆਵਾਜ਼ ਦਿੱਤੀ, ਭਾਈ ਡਰੋ ਨਹੀਂ, ਸੱਪ ਚਲਾ ਗਿਆ ਹੈ। ਉਹ ਤਾਂ ਦਰਸ਼ਨ ਦੇਣ ਲਈ ਆਇਆ ਸੀ, ਹੁਣ ਨਹੀਂ ਆਵੇਗਾ। ਇਹ ਸੁਣ ਕੇ ਪ੍ਰੇਮੀਆਂ ਦਾ ਧਰਵਾਸ ਵੱਜ ਗਿਆ ਅਤੇ ਸਾਰੀ ਸੰਗਤ ਨੇ ਝੰਗੀ ਵਿੱਚ ਸੰਤ ਜੀ ਮਹਾਰਾਜ ਦਾ ਦਰਸ਼ਨ ਕੀਤਾ ਅਤੇ ਕਰਤਾਰ ਦਾ ਸ਼ੁਕਰ ਕੀਤਾ ਕਿ ਸਾਧੂ ਨੂੰ ਸੱਪ ਨੇ ਨਹੀਂ ਖਾਧਾ। ਧੰਨਵਾਦ। ਅਗਲੀ ਜੀਵਨੀ ਦੇ ਅਗਲੇ ਭਾਗ ਦੇ ਵਿੱਚ ਆਪਾਂ ਪੜ੍ਹਾਂਗੇ ਸੰਤ ਜੀ ਨੇ ਕਿਵੇਂ ਇਸ ਛੱਪਰ ਦੇ ਵਿੱਚ ਭਾਰੀ ਤਪੱਸਿਆ ਕੀਤੀ ਤੇ ਕਿੰਨੇ ਦਿਨ ਇੱਥੇ ਰਹੇ ਤੇ ਅੱਗੇ ਕਿੱਥੇ ਚਾਲੇ ਪਾਏ। ਤਦ ਤੱਕ ਲਈ ਧੰਨਵਾਦ। ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਓ ਅਤੇ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਕਿ ਤੁਸੀਂ ਸੰਤ ਜੀ ਦੀ ਜੀਵਨੀ ਦੇ ਨਾਲ ਜੁੜ ਸਕੋ। ਧੰਨਵਾਦ।